ਗੁਰ ਪਿਆਰੀ ਸਾਧ ਸੰਗਤ ਜੀ, ਮੈਂ ਵਿਨੋਦ ਜੋ ਲੰਡਨ ਇੰਗਲੈਂਡ ਵਿੱਚ ਰਹਿੰਦਾ ਹਾਂ, ਆਪ ਜੀ ਦੇ ਲਈ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਲੈ ਕੇ ਹਾਜ਼ਰ ਹੋਇਆ ਹਾਂ। ਬੇਨਤੀ ਹੈ ਕਿ ਜੋ ਕੋਈ ਵੀ ਪ੍ਰੇਮੀ ਇਹਨਾਂ ਵਚਨਾਂ ਨੂੰ ਸੁਣੇ ਅਤੇ ਕੋਸ਼ਿਸ਼ ਕਰਕੇ ਇਹਨਾਂ ਵਚਨਾਂ ਤੋਂ ਲਾਭ ਉਠਾਵੇ। ਤੋ ਸਾਧ ਸੰਗਤ ਜੀ, ਪੇਸ਼ ਹਨ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨ ਤੇ ਅੱਜ ਕੱਲ੍ਹ ਤੋਂ ਅੱਗੇ। ਵਚਨ ਨੰਬਰ 461। ਅੱਜ ਮਜਲਿਸ ਵਿੱਚ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਜਦ ਅਸੀਂ ਨੌਕਰੀ ਵਿੱਚ ਸੀ ਤਾਂ ਅਸੀਂ ਸਾਰਾ ਕੰਮ ਇਮਾਨਦਾਰੀ ਨਾਲ ਹੀ ਕੀਤਾ। ਇਸ ਗੱਲ 'ਤੇ ਸਾਰੇ ਅਫਸਰ ਸਾਡੇ 'ਤੇ ਖੁਸ਼ ਸੀ। ਆਪ ਅਸੀਂ ਮਲਮਲ ਦੀ ਪਗੜੀ ਨਹੀਂ ਬੰਨ੍ਹਦੇ ਸੀ, ਧੋਤੀ ਨੂੰ ਲੈ ਕੇ ਪਾੜ ਕੇ ਦੋ ਬਣਾ ਲੈਂਦੇ ਸੀ, ਉਹੀ ਬੰਨ੍ਹ ਕੇ ਗੁਜ਼ਾਰਾ ਕਰ ਲੈਂਦੇ ਸੀ ਅਤੇ ਉਹ ਮਲਮਲ ਲੋਕਾਂ ਨੂੰ ਦੇ ਦਿਆ ਕਰਦੇ ਸੀ। ਇਸ ਕਰਕੇ ਹੀ ਅਸੀਂ ਕੰਪਨੀ ਨੂੰ ਜੋ ਲਿਖ ਦਿੰਦੇ ਸੀ ਉਹ ਉਹੀ ਕਰਦੇ ਸੀ। ਇਹ ਸਾਰੀ ਸਤਿਗੁਰ ਦੀ ਦਇਆ ਮਿਹਰ ਸੀ। ਉਸ ਨੇ ਕੋਈ ਕਰਮ ਘਟਾਉਣਾ ਸੀ ਅਤੇ ਲੈਣਾ ਦੇਣਾ ਖ਼ਤਮ ਵੀ ਕਰਨਾ ਸੀ। ਵਚਨ ਨੰਬਰ 462। ਡੇਰਾ ਜਗਮਾਲ ਵਾਲੀ। ਅੱਜ ਰਾਤ ਦੀ ਮਜਲਿਸ 'ਚ ਪੂਜਯ ਮਨੀਸ਼ ਸਾਹਿਬ ਜੀ ਦੇ ਹੁਕਮ ਮੁਤਾਬਕ ਵਕੀਲ ਸਾਹਿਬ ਜੀ ਨੇ ਡੇਰੇ 'ਚ ਰਹਿਣ ਵਾਲੇ ਸਾਰੇ ਸਾਧੂਆਂ ਦੀ ਲਿਸਟ ਬਣਾ ਕੇ ਪੂਜਯ ਮਨੀਸ਼ ਸਾਹਿਬ ਜੀ ਨੂੰ ਦਿੱਤੀ ਅਤੇ ਪੂਜਯ ਮਨੀਸ਼ ਸਾਹਿਬ ਜੀ ਨੇ ਸਾਰੇ ਡੇਰੇ ਦੇ ਸਾਧੂਆਂ ਨੂੰ ਬਰਾਂਡੇ 'ਚ ਬੁਲਾਇਆ ਅਤੇ ਉਹਨਾਂ ਦੀਆਂ ਅਲੱਗ-ਅਲੱਗ ਡਿਊਟੀਆਂ ਲਾਈਆਂ ਅਤੇ ਨਾਲ ਹੀ ਫਰਮਾਇਆ, ਰਾਤ ਨੂੰ ਸਾਰੇ ਜਾਗੋ ਅਤੇ ਸਿਮਰਨ ਕਰੋ। ਬਾਕੀ ਰਾਤ ਦੀ ਰੋਟੀ ਅਤੇ ਆਪਣੇ ਆਪ ਹੀ ਕੰਟਰੋਲ ਕਰੋ। ਸਾਰਿਆਂ ਨੂੰ ਰੋਟੀ ਨਾ ਦਿਓ। ਇਹ ਤਾਂ ਕਈ ਨਵੇਂ ਆਦਮੀ ਹੁੰਦੇ ਨੇ ਜਾਂ ਬੁੱਢਿਆਂ ਨੂੰ ਆਮ ਕਰਕੇ ਦੇਣੀ ਪੈਂਦੀ ਹੈ। ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਤਰਲੋਕ ਅਤੇ ਮੰਗਤ ਨੂੰ ਪੁੱਛਿਆ ਕਿ ਹੁਣ ਤਾਂ ਘਰੇ ਨਹੀਂ ਜਾਂਦੇ, ਤਾਂ ਉਹਨਾਂ ਦੋਨਾਂ ਨੇ ਫਰਮਾਇਆ ਕਿ ਨਹੀਂ ਜੀ। ਇਸ ਤੋਂ ਬਾਅਦ ਪੂਜਯ ਮਨੀਸ਼ ਸਾਹਿਬ ਜੀ ਨੇ ਤੀਰਥ ਸਿੰਘ ਪ੍ਰਧਾਨ ਨੂੰ ਸਾਰੀਆਂ ਦੀਆਂ ਅਲੱਗ-ਅਲੱਗ ਡਿਊਟੀਆਂ ਲਿਖਵਾਈਆਂ ਅਤੇ ਨਾਲ ਹੀ ਫਰਮਾਇਆ, ਜ਼ਿਆਦਾ ਤਾਂ ਪਹਿਰੇ ਦੀ ਡਿਊਟੀ ਜ਼ਰੂਰੀ ਹੈ। ਫਿਰ ਆਪ ਜੀ ਨੇ ਜੱਜ ਸਾਹਿਬ ਅਤੇ ਚੌਧਰੀ ਖਿਆਲੀ ਰਾਮ ਜੀ ਦੀ ਡਿਊਟੀ ਭਜਨ ਕਰਨ ਦੀ ਲਾਈ। ਤੁਲਸੀ ਦੀ ਡਿਊਟੀ ਡੇਰੇ ਦੀ ਹਰ ਚੀਜ਼ ਸੰਭਾਲ ਕੇ ਰੱਖਣ ਦੀ ਲਾਈ। ਬਾਬੂ ਰਾਮ ਦੀ ਡਿਊਟੀ ਦੀ ਪਿਛਲੀ ਰਾਤ ਦੇ ਪਹਿਰੇ ਦੀ ਲਾਈ। ਫਿਰ ਆਪ ਜੀ ਨੇ ਫਰਮਾਇਆ ਕਿ ਬਾਲੀ ਅਤੇ ਨਿਰਮਲ ਅਤੇ ਡਾਕਟਰ ਅਤੇ ਰਿਜ਼ਰਵ ਨੇ। ਜੰਟੇ ਦਾ ਆਪ ਜੀ ਨੇ ਨਾਮ ਨਹੀਂ ਲਿਆ। ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਰਾਤ ਨੂੰ ਜਾਗਿਆ ਕਰੋ। ਕਦੇ ਕੋਈ ਸ਼ਬਦ ਯਾਦ ਕਰ ਲਿਆ, ਕਦੇ ਸਿਮਰਨ ਕਰ ਲਿਆ। ਅਤੇ ਫਿਰ ਫਰਮਾਇਆ, ਕਾਲਾ ਜੀ ਨੇਕੀ ਰਾਮ ਦੀ ਡਿਊਟੀ ਮਿਸਤਰੀਆਂ ਦੇ ਨਾਲ ਕੰਮ ਕਰਨ ਦੀ ਹੈ। ਇਸ ਤੋਂ ਬਿਨਾਂ ਲਾਈਟ ਚਲੇ ਜਾਣ 'ਤੇ, ਜਨਰੇਟਰ ਚਲਾਉਣ 'ਤੇ, ਜ਼ਰੂਰਤ ਪੈਣ 'ਤੇ ਗੈਸ ਲਾਉਣ ਦੀ ਲਾਈ ਗਈ। ਬੁੱਧ ਰਾਮ ਅਤੇ ਹਨੂੰਮਾਨ ਦੀ ਡਿਊਟੀ ਡੰਗਰਾਂ ਦੀ ਸੰਭਾਲ ਦੀ ਲਾਈ ਗਈ। ਅਤੇ ਫਿਰ ਫਰਮਾਇਆ, ਤੁਹਾਡੇ 'ਚੋਂ ਇੱਕ ਜਣਾ ਉੱਧਰ ਡੰਗਰਾਂ ਕੋਲ ਰਿਹਾ ਕਰੋ, ਦੋਨੋਂ ਇਕੱਠੇ ਇੱਧਰ ਡੇਰੇ 'ਚ ਨਾ ਆਇਆ ਕਰੋ। ਬਾਕੀ ਜ਼ਰੂਰਤ ਪਏ ਤਾਂ ਕਾਲੇ ਨਾਲ ਗੈਸ ਲਾਉਣ ਦੀ ਮਦਦ ਕਰਿਆ ਕਰੋ। ਅਤੇ ਇੱਕ ਦਿਨ ਆ ਗਿਆ ਅਤੇ ਦੂਜੇ ਦਿਨ ਆ ਗਿਆ। ਬਾਕੀ ਰਾਮਚੰਦ ਦੀ ਡਿਊਟੀ ਪਿਛਲੀ ਰਾਤ ਦੇ ਪਹਿਰੇ ਦੀ ਲਾਈ ਗਈ। ਮੁੰਨੀ ਲਾਲ ਅਤੇ ਮਨਫੂਲ ਘੋੜਾ ਵਾਲੀ, ਇਹਨਾਂ ਦੋਨਾਂ ਬਜ਼ੁਰਗਾਂ ਦੀ ਡਿਊਟੀ ਪਹਿਲੀ ਰਾਤ ਦੇ ਪਹਿਰੇ ਦੀ ਲਾਈ ਗਈ। ਅਤੇ ਪਿਛਲੀ ਰਾਤ ਦੇ ਪਹਿਰੇ 'ਤੇ ਗੰਗਾ ਨਗਰ ਵਾਲੇ ਚੌਧਰੀ ਅਤੇ ਜੀਵਨ ਦਾਸ ਨਾਲ ਰਾਮਚੰਦ ਅਤੇ ਬਾਬੂ ਰਾਮ ਦੀ ਲਾਈ ਗਈ। ਸੂਬੇਦਾਰ ਗੁਰਦਿਆਲ ਸਿੰਘ ਨੇ ਆਪਣੇ ਪਿੰਡ ਧਿਆਨਪੁਰ ਜਾ ਰਹੇ ਨੇ, ਉਹਨਾਂ ਦੀ ਜਗ੍ਹਾ ਕਾਲਿਆਂ ਵਾਲੀ ਪਿੰਡ ਤੋਂ ਅੰਗਰੇਜ਼ ਸਿੰਘ ਜੀ ਦੀ ਡਿਊਟੀ ਮੇਨ ਗੇਟ ਅਤੇ ਬਲਵੰਤ ਸਿੰਘ ਨਾਲ ਪਹਿਰੇ ਦੀ ਲਾਈ ਗਈ। ਅਤੇ ਫਿਰ ਫਰਮਾਇਆ, ਤੁਹਾਡੀ ਦਿਨ ਰਾਤ ਦੀ ਡਿਊਟੀ ਹੈ, ਆਪਣਾ ਬਿਸਤਰਾ ਗੇਟ 'ਤੇ ਹੀ ਰੱਖ ਲਓ। ਇਸ ਤੋਂ ਬਾਅਦ ਪੂਜਯ ਮਨੀਸ਼ ਸਾਹਿਬ ਜੀ ਨੇ ਪੂਰਨ ਜੀ ਬਾਰੇ ਫਰਮਾਇਆ, ਇਸ ਦੀ ਤਾਂ ਸ਼ਹਿਰ ਜਾਣ ਦੀ ਡਿਊਟੀ ਹੈ ਹੀ। ਦੁਪਹਿਰ ਨੂੰ 2 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪਹਿਰੇ ਦੀ ਡਿਊਟੀ ਚੌਧਰੀ ਨੰਬਰ 2 ਗੰਗਾ ਨਗਰ ਵਾਲੇ ਵਕੀਲ ਸਾਹਿਬ ਦੇ ਕੋਠੇ ਕੌਰ ਸਿੰਘ ਵਾਲੇ ਤੋਂ ਮੱਘਰ ਸਿੰਘ ਦੀ ਲਾਈ। ਮੱਘਰ ਸਿੰਘ ਜੀ ਰਾਤ ਨੂੰ ਪਹਿਰੇ ਦੀ ਡਿਊਟੀ ਦਿੰਦੇ ਨੇ। ਲੰਗਰ 'ਚ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਚੰਦ ਲਾਗਣੀ 'ਤੇ ਪੁੱਛਣ 'ਤੇ ਪਿੰਡ ਗੁੱਦੜ ਢੰਡੀ ਵਾਲੇ ਲੜਕੇ ਮੰਗਤ ਰਾਮ ਦੀ ਡਿਊਟੀ ਲਾਈ ਅਤੇ ਹੱਸਦੇ ਹੋਏ ਫਰਮਾਇਆ, ਰੋਟੀ ਪਕਾ ਲਏਗਾ? ਅਤੇ ਮੰਗਤ ਨੇ ਕਿਹਾ, ਜੀ ਪਕਾ ਲਊਂਗਾ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਚਲੋ ਸਿੱਖ ਲਓ। ਨਹਿਰ ਵਾਲੇ ਗੇਟ 'ਤੇ ਸੂਰਮੇ ਦੀ ਡਿਊਟੀ ਲਾਈ ਗਈ।
ਮਿਸਤਰੀਆਂ ਦੇ ਨਾਲ ਜੱਗਾ ਕਰਾਈ ਵਾਲਾ, ਬਹਾਦਰ ਜੰਡਾਂ ਵਾਲਾ, ਜਸਪਾਲ ਰੰਗਮਹਿਲ, ਕਾਲਾ ਜੀ, ਅਸ਼ੋਕ ਦਿੱਲੀ, ਕ੍ਰਿਸ਼ਨ, ਸਤਿਗੁਰ ਕਲੋਨੀ ਤੋਂ ਸੋਹਣੀਆਂ, ਇਹਨਾਂ ਸਾਰੀਆਂ ਦੀਆਂ ਡਿਊਟੀਆਂ ਮੇਨ ਮਿਸਤਰੀ ਚਿਣਾਈ ਵਾਲੇ ਪਿੰਡ ਬੜਿੰਗ ਖੇੜਾ ਵਾਲੇ ਹਰਨੇਕ ਸਿੰਘ ਜੀ ਦੇ ਨਾਲ ਲਾਈ ਗਈ ਅਤੇ ਅੱਗੇ ਤਰਲੋਕ ਦੀ ਡਿਊਟੀ ਖੇਤ ਵਿੱਚ ਲਾਈ ਗਈ। ਡਿਊਟੀਆਂ ਲਾਉਣ ਤੋਂ ਬਾਅਦ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ, ਇਹ ਲਿਸਟ ਬਣਾ ਕੇ ਇੱਕ ਸਾਨੂੰ ਦਿਓ, ਇੱਕ ਵਕੀਲ ਸਾਹਿਬ ਨੂੰ, ਇੱਕ ਗੁਰਦਾਸ ਅਤੇ ਇੱਕ ਬਲਕਾਰ ਨੂੰ ਦੇਣਾ, ਇਹ ਸੰਭਾਲ ਕਰਨਗੇ। ਫਿਰ ਆਪ ਜੀ ਨੇ ਡੀਸੀ ਨੂੰ ਪੁੱਛਿਆ ਕਿ ਡੀਸੀ ਕੀ ਕਰਦਾ ਹੁੰਦਾ ਹੈ, ਤਾਂ ਡੀਸੀ ਕਹਿਣ ਲੱਗਿਆ ਜੀ ਦਿਨੇ ਖੇਤ 'ਚ ਸੇਵਾ ਕਰਦੇ ਹਾਂ ਅਤੇ ਰਾਤ ਨੂੰ ਸੌਂਦੇ ਹਾਂ। ਅਤੇ ਡੀਸੀ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗੇ। ਤਾਂ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ, ਬੇਈਮਾਨ ਰਾਤ ਨੂੰ ਜਾਗਿਆ ਕਰ, ਜਾਗਣ 'ਚ ਬਹੁਤ ਹੀ ਨਸ਼ਾ ਹੈ। ਅਲੀਪੁਰ ਵਾਲੇ ਲక్ష్ਮੀ ਨਾਰਾਇਣ ਦੀ ਡਿਊਟੀ ਡੇਰੇ ਦੇ ਅੰਦਰ ਅਤੇ ਬਾਹਰ ਖੇਤ ਵੱਲ ਫੁੱਲਾਂ ਦੇ ਬੂਟਿਆਂ ਦੇ ਦੂਜੇ ਦਰਖਤਾਂ ਦੀ ਸੰਭਾਲ ਦੀ ਲਾਈ ਗਈ। ਅਤੇ ਖਾਰੀਏ ਵਾਲੇ ਵਿਨੋਦ ਦੇ ਬਾਰੇ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ, ਉਸ ਦੀ ਡਿਊਟੀ ਨਹੀਂ ਲਾਉਂਦੇ, ਉਹ ਆਪਣਾ ਦੂਸਰਾ ਕੰਮ ਯਾਨੀ ਕਿ ਖੇਤੀ ਜ਼ਮੀਨ ਵਗੈਰਾ ਦਾ ਕਰ ਲਏ। ਆਖਿਰ ਵਿੱਚ ਡਿਊਟੀਆਂ ਲਾਉਣ ਤੋਂ ਬਾਅਦ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ ਕਿ ਦਿਨ 'ਚ ਸਿਮਰਨ ਕਰੇ, ਰਾਤ ਨੂੰ ਜਾਗੇ, ਫਿਰ ਮਨ ਠੀਕ ਰਹਿੰਦਾ ਹੈ। ਅਤੇ ਫਿਰ ਫਰਮਾਇਆ, ਜ਼ਿਆਦਾ ਤਾਂ ਪਹਿਰੇ ਦੀ ਜ਼ਰੂਰਤ ਹੈ, ਬਾਕੀ ਤਾਂ ਸਭ ਠੀਕ ਹੈ। ਅਤੇ ਫਿਰ ਫਰਮਾਇਆ, ਰਾਤ ਦੀ ਖੁਰਾਕ ਆਪਣੇ ਆਪ ਹੀ ਘਟਾਓ ਅਤੇ ਰਾਤ ਨੂੰ ਜਾਗੋ। ਵਚਨ ਨੰਬਰ 463। ਅੱਜ ਡੇਰਾ ਜਗਮਾਲ ਵਾਲੀ ਵਿੱਚ ਰਾਤ ਦੀ ਮਜਲਿਸ 'ਚ ਗੁਰਬਾਣੀ ਦਾ ਸ਼ਬਦ ਸਾਧੂ ਜਨ ਦੇ ਮਿਲਾਏ ਤਾਂ ਬੋਲਿਆ। ਤਾਂ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ ਕਿ ਅਸਲ ਭਗਤੀ ਅੰਦਰੋਂ ਰਾਮ ਨਾਮ ਨੂੰ ਕੱਢਣਾ ਸੀ। ਹੋਰ ਭਗਤੀਆਂ ਦਾ ਫਲ ਹੈ, ਚੰਗੀ ਜੂਨ ਮਿਲ ਜਾਏਗੀ, ਸਵਰਗਾਂ ਤੱਕ ਪਹੁੰਚ ਜਾਓਗੇ, ਪਰ ਮੁਕਤੀ ਨਹੀਂ। ਸੋਧਤ ਸੋਧਤ ਤਤ ਵਿਚਾਰਿਓ, ਭਗਤੀ ਸ਼੍ਰੇਸ਼ਟ ਪੂਰੀ, ਕਹੋ ਨਾਨਕ ਇੱਕ ਰਾਮ ਨਾਮ ਬਿਨ ਅਵਰ ਸਗਰ ਵਿਧਿ ਉਰੀ। ਅਤੇ ਫਿਰ ਫਰਮਾਇਆ, ਇਹ ਅਸਲੀ ਭਗਤੀ ਹੈ। ਇਹ ਭਗਤੀ ਸਾਧੂਆਂ ਦੇ ਜ਼ਰੀਏ ਮਿਲਦੀ ਹੈ। ਵੈਸੇ ਤਾਂ ਦੁਨੀਆ 'ਚ ਬਹੁਤ ਸੰਤ ਨੇ, ਪਰ ਐਸਾ ਸਾਧੂ ਕੋਈ ਵਿਰਲਾ ਹੀ ਮਿਲਦਾ ਹੈ। ਸਾਰੀ ਦੁਨੀਆ 'ਚ ਇੱਕ ਜਾਂ ਦੋ ਹੋਣਗੇ। ਮੁਸ਼ਕਲ ਨਾਲ ਉਹ ਮਿਲੇ ਤਾਂ ਫਿਰ ਅੰਦਰ ਨਾਮ ਪ੍ਰਗਟ ਹੁੰਦਾ ਹੈ। ਜਿਸ ਅੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਵਚਨ ਨੰਬਰ 464। ਪੂਜਯ ਮਨੇਜ ਸਾਹਿਬ ਜੀ ਨੇ ਇਹ ਵਚਨ ਫਰਮਾਇਆ ਕਿ ਇਹ ਕਾਇਆ ਇੱਕ ਨਗਰੀ ਹੈ, ਇਸ 'ਚ ਅਨੇਕਾਂ ਚੀਜ਼ਾਂ ਮਾਲਕ ਨੇ ਰੱਖੀਆਂ ਨੇ, ਖੰਡ ਬ੍ਰਹਮੰਡ ਇਸ ਦੇ ਅੰਦਰ ਨੇ। ਵਚਨ ਨੰਬਰ 465। ਅੱਜ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ ਕਿ ਇਹ ਵੱਡੇ 5 ਡਾਕੂ ਨੇ, ਇਹਨਾਂ ਸਾਰੀ ਪੂੰਜੀ ਇਸੇ ਤਰ੍ਹਾਂ ਹੀ ਖਰਾਬ ਕਰ ਦਿੱਤੀ। ਇਹਨਾਂ ਦਾ ਪਤਾ ਸਾਧ ਸੰਗਤ 'ਚ ਆ ਕੇ ਲੱਗਦਾ ਹੈ, ਫਿਰ ਇਹ ਫੜੇ ਜਾਂਦੇ ਨੇ। ਜਦ ਅੰਦਰ ਸ਼ਬਦ ਦਾ ਰਸ ਲੈਂਦਾ ਹੈ, ਇਹ ਮਾਲਕ ਦੀ ਮਿਹਰ 'ਤੇ ਹੈ। ਜਿਸ ਨੂੰ ਸਾਧੂ ਮਿਲਾਏ ਉਹ ਉਸ ਦੇ ਹੱਥ ਵਿੱਚ ਹੈ। ਕਿਸ ਨੂੰ ਮਿਲਾਉਣਾ ਹੈ? ਜਿਹਨੂੰ ਸੱਚੀ ਤੜਫ ਹੈ, ਸੱਚੀ ਲਗਨ ਹੈ। ਜਿਵੇਂ ਮੀਰਾ ਨੂੰ ਸੀ, ਹੇਰੀ ਮੈਂ ਤੋ ਪ੍ਰੇਮ ਦੀਵਾਨੀ, ਮੇਰਾ ਦਰਦ ਨਾ ਜਾਣੇ ਕੋਏ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਹੈ, ਅਬ ਮੈਂ ਕੌਣ ਉਪਾਏ ਕਰੂੰ, ਕਿਸ ਵਿਦ ਮਨ ਕੋ ਸੰਸ਼य ਛੂਟੈ, ਭਵਨਿਧਿ ਪਾਰ ਕਰੂੰ। ਤੇ ਫਿਰ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ, ਇਹ ਸੱਚੀ ਲਗਨ ਤੇ ਸੱਚੀ ਤੜਫ 'ਤੇ ਨਿਰਭਰ ਹੈ। ਵਚਨ ਨੰਬਰ 466। ਡੇਰਾ ਜਗਮਾਲ ਵਾਲੀ ਪਿੰਡ ਜਲਾਲਾਣਾ ਤੋਂ ਆਏ ਪ੍ਰੇਮੀ ਜਗਨ ਸਿੰਘ ਨੇ ਖੜੇ ਹੋ ਕੇ ਪੂਜਯ ਮਨੇਜ ਸਾਹਿਬ ਜੀ ਤੋਂ ਮਾफ़ੀ ਮੰਗੀ ਕਿ ਸਾਧ ਸੰਗਤ ਜੀ ਮੈਨੂੰ ਮਾफ़ ਕਰੇ। ਤਾਂ ਪੂਜਯ ਮਨੇਜ ਸਾਹਿਬ ਜੀ ਨੇ ਫਰਮਾਇਆ, ਬੇਈਮਾਨ ਅੰਦਰ ਮਾफ़ੀ ਮੰਗ, ਬਾਹਰ ਸਾਰੀਆਂ ਹੀ ਠੱਗੀਆਂ ਨੇ। ਅਸੀਂ ਤਾਂ ਆਪ ਗੁਨਾਹਗਾਰ ਹਾਂ, ਅੰਦਰੋਂ ਮਾफ़ੀ ਮੰਗ, ਇਹ ਸੱਚੇ ਦਿਲ 'ਤੇ ਹੈ। ਸੱਚੇ ਦਿਲ ਨਾਲ ਮਾफ़ੀ ਮੰਗੇ ਤਾਂ ਉਹ ਸਤਿਗੁਰ ਜ਼ਰੂਰ ਸੁਣਦਾ ਹੈ। ਅਸੀਂ ਮਾफ़ੀ ਦੇਣ ਵਾਲੇ ਬਣ ਗਏ, ਤੂੰ ਲੈਣ ਵਾਲਾ ਬਣ ਗਿਆ। ਇਹ ਬਾਹਰ ਸਾਰੀਆਂ ਹੀ ਠੱਗੀਆਂ ਨੇ, ਅੰਦਰੋਂ ਮਾफ़ੀ ਮੰਗ ਫਿਰ ਹੈ। ਵਚਨ ਨੰਬਰ 467। ਅੱਜ ਰਾਤ ਦੀ ਮਜਲਿਸ ਵਿੱਚ ਜੱਜ ਸਾਹਿਬ ਲਾਲਾ ਦੇਵੀ ਦਿਆਲ ਜੀ ਰੋਹਤਕ ਵਾਲੇ, ਜਿਨ੍ਹਾਂ ਨੇ ਰਾਤ ਦੀ ਮਜਲਿਸ 'ਚ ਪੂਜਯ ਮਸਤਾਨਾ ਜੀ ਦੇ ਚੋਲਾ ਛੱਡਣ ਦੇ ਬਾਅਦ ਚੱਲੇ ਮੁਕੱਦਮੇ ਬਾਰੇ ਕੋਈ ਗੱਲ ਕੀਤੀ ਅਤੇ ਨਾਲ ਹੀ ਫੁੱਟ ਕੇ ਰੋਣ ਲੱਗੇ। ਤਾਂ ਪੂਜਯ ਮਨੇਜ ਸਾਹਿਬ ਜੀ ਨੇ ਬਹੁਤ ਹੀ ਮਾਯੂਸ ਹੋ ਕੇ 2-3 ਵਾਰੀ ਫਰਮਾਇਆ, ਬਸ ਬਈ, ਬਸ ਬਈ।
ਅਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਕਿ ਮੈਜਿਸਟ੍ਰੇਟ ਕਹਿੰਦਾ ਸੀ ਕਿ ਪਤਾ ਮੈਨੂੰ ਸਾਰਾ ਕੁਝ ਹੈ, ਪਰ ਮੈਂ ਕੁਝ ਕਰ ਨਹੀਂ ਸਕਦਾ। ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਬਹੁਤ ਹੀ ਭਰੋਸੇ ਤੇ ਵਿਸ਼ਵਾਸ ਨਾਲ ਫਰਮਾਇਆ ਕਿ ਸਤਿਗੁਰ ਨੇ ਦਿਖਾ ਦਿੱਤਾ ਕਿ ਮੈਂ ਹਾਜ਼ਰ ਨਾਜ਼ਰ ਹਾਂ, ਫਿਕਰ ਨਾ ਕਰ। ਤੇ ਫਿਰ ਜੱਜ ਸਾਹਿਬ ਜੀ ਬਾਰੇ ਫਰਮਾਇਆ ਕਿ ਇੰਨੇ ਦਿਨ ਜੱਜ ਸਾਹਿਬ ਉੱਪਰ ਚੁਬਾਰੇ 'ਚ ਰਹੇ, ਨਾਲੇ ਸਤਿਗੁਰ ਨੇ ਕਰਮ ਕਟਾ ਦਿੱਤਾ। ਜੱਜ ਸਾਹਿਬ ਜੀ ਬਿਮਾਰੀ ਕਰਕੇ ਕਾਫੀ ਦਿਨ ਉੱਪਰ ਆਪਣੇ ਚੁਬਾਰੇ 'ਚ ਹੀ ਰਹੇ ਸਨ। ਅੱਜ ਕਾਫੀ ਦਿਨਾਂ ਬਾਅਦ ਥੱਲੇ ਮਜਲਿਸ 'ਚ ਆਏ ਨੇ ਤੇ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਇਹ ਤਾਂ ਤੜਫ ਉੱਠੀ ਹੈ। ਅਤੇ ਫਿਰ ਫਰਮਾਇਆ ਇਹ ਤੜਫ ਹਜ਼ਾਰਾਂ ਬੰਦਗੀਆਂ ਨਾਲੋਂ ਚੰਗੀ ਹੈ। ਦੁਨੀਆ ਐਵੇਂ ਹੀ ਰਹਿ ਗਈ ਜਦ ਤੱਕ ਇਹ ਤੜਫ ਨਹੀਂ, ਮਾਲਕ ਨਹੀਂ ਮਿਲ ਸਕਦਾ। ਜਾਂ ਜਿਨ੍ਹਾਂ ਫਕੀਰਾਂ ਨੇ ਪਾਇਆ ਹੈ, ਰੋ ਰੋ ਕੇ ਪਾਇਆ ਹੈ। ਮੌਲਵੀ ਰੂਮ ਸਾਹਿਬ ਨੇ ਕਿਹਾ ਹੈ ਕਿ ਉਹ ਅੱਖ ਮੁਬਾਰਕ ਹੈ ਜਿਹੜੀ ਪ੍ਰੀਤਮ ਦੀ ਯਾਦ ਵਿੱਚ ਹੰਝੂ ਕੇਰ ਰਹੀ ਹੈ। ਅਤੇ ਫਿਰ ਫਰਮਾਇਆ ਜਦ ਇਹ ਰੋ ਰੋ ਕੇ ਥੱਕ ਜਾਂਦਾ ਹੈ ਫਿਰ ਰਹਿਮਤ ਹੁੰਦੀ ਹੈ। ਇਹ ਬਾਹਰ ਕਹਿੰਦੇ ਨੇ ਕਿ ਇਸ ਤਰ੍ਹਾਂ ਹੀ ਬਖਸ਼ਿਸ਼ ਹੋ ਜਾਵੇ। ਇਹ ਸਾਰੀਆਂ ਠੱਗੀਆਂ ਨੇ, ਬਿਨਾਂ ਮਿਹਰ ਕੋਈ ਚੀਜ਼ ਨਹੀਂ ਮਿਲਦੀ। ਹੋਏ ਨਿਮਾਣੀ ਢਹਿ ਪਈ। ਤੇ ਫਿਰ ਫਰਮਾਇਆ ਫਿਰ ਚੀਜ਼ ਆਉਂਦੀ ਹੈ। ਇਸ ਤਰ੍ਹਾਂ ਨਾ ਕਿਸੇ ਨੂੰ ਮਿਲੀ ਹੈ ਤੇ ਨਾ ਹੀ ਮਿਲੇਗੀ। ਇਸ ਤੋਂ ਬਾਅਦ ਪੂਜਯ ਮਨੀਸ਼ ਸਾਹਿਬ ਜੀ ਨੇ ਗੁਰਮਤਿ ਸਿਧਾਂਤ ਭਾਗ 2 ਚੋਂ ਮੌਲਵੀ ਰੂਮ ਸਾਹਿਬ ਦਾ ਮਜ਼ਮੂਨ ਉਹ ਅੱਖ ਜੋ ਪ੍ਰੀਤਮ ਦੇ ਵਿਛੋੜੇ ਵਿੱਚ ਰੋ ਰਹੀ ਹੈ ਪੜ੍ਹਾਇਆ। ਤੇ ਦੂਸਰਾ ਮਜ਼ਮੂਨ ਜਦ ਤੱਕ ਤੂੰ ਦੁਨੀਆ ਵੱਲੋਂ ਹੱਥ ਨਾ ਧੋ ਲਵੇਂ ਪੜ੍ਹਾਇਆ। ਤੇ ਫਿਰ ਆਪ ਜੀ ਨੇ ਫਿਰ ਫਰਮਾਇਆ ਕਿ ਬਸ ਬਈ ਇਹ ਸਾਧ ਸੰਗ 'ਚ ਆ ਕੇ ਹੀ ਪਤਾ ਲੱਗਦਾ ਹੈ। ਤੇ ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਪਹਿਲਾਂ ਤਾਂ ਧੰਨੇ ਵਾਂਗੂ ਕਹਿੰਦਾ ਹੈ ਇਹ ਮਿਲ ਜਾਏ ਉਹ ਮਿਲ ਜਾਏ, ਫਿਰ ਦੇਖਦਾ ਹੈ ਕਿ ਇਹ ਵੀ ਬੰਧਨ ਨੇ। ਫਿਰ ਕਹਿੰਦਾ ਹੈ ਕਿ ਮਾਲਕਾ ਮੈਨੂੰ ਤੂੰ ਹੀ ਚਾਹੀਦਾ ਹੈ। ਜਦ ਇੰਨਾ ਆ ਜਾਂਦਾ ਹੈ ਤੇ ਫਿਰ ਮਾਲਕ ਤਿਆਰ ਹੈ। ਅਸਲੀ ਵਜੂ ਇਹ ਹੈ। ਵਚਨ ਨੰਬਰ 468। ਅੱਜ ਮਹਾਤਮਾ ਲਾਧੂ ਨਾਥ ਜੀ ਬਾਣੀ 'ਚੋਂ ਮੈਂ ਤੋਂ ਗੁਰੂ ਜੀ ਥਾਨੇ ਸੱਤ ਕਰ ਜਾਣਿਆ ਸ਼ਬਦ ਬੋਲਿਆ ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਇਹ ਹੈ ਤਾਂ ਛੋਟੇ ਦਰਜੇ ਦਾ ਫਕੀਰ, ਸਿਰਫ ਅੱਖਾਂ ਤੱਕ ਹੀ ਆਇਆ ਹੈ, ਪਰ ਕੁਝ ਹਾਸਲ ਤਾਂ ਕੀਤਾ। ਕਹਿੰਦਾ 8 ਪਹਿਰ ਚੜ੍ਹੀ ਖੁਮਾਰੀ। ਤੇ ਫਿਰ ਫਰਮਾਇਆ ਤਨ ਨਾਲੋਂ ਤਾਂ ਵੈਸੇ ਹੀ ਅਲੱਗ ਹੋ ਗਿਆ, ਇਸ ਦੇ ਬਿਨਾਂ ਰਸ ਆਉਂਦਾ ਹੀ ਨਹੀਂ। ਤਨ ਦੀਆਂ ਬਿਮਾਰੀਆਂ ਤਾਂ ਖਤਮ ਹੋ ਗਈਆਂ, ਪਹਿਲਾਂ ਤਾਂ ਦੁੱਖ ਮਹਿਸੂਸ ਹੀ ਨਹੀਂ ਹੁੰਦਾ। ਅੱਗੇ ਫਿਰ ਰਹਿ ਗਈਆਂ ਰੂਹ ਦੀਆਂ ਬਿਮਾਰੀਆਂ, ਉਹਨਾਂ ਦਾ ਕਿਸੇ ਨੂੰ ਵੀ ਪਤਾ ਹੀ ਨਹੀਂ। ਉਹ ਨੇ ਨਿੰਦਿਆ, ਚੁਗਲੀ, ਈਰਖਾ, ਦੁਐਤ, ਵੈਰ, ਵਿਰੋਧ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨ, ਮਾਇਆ, ਇਹਨਾਂ ਦਾ ਕਿਸੇ ਨੂੰ ਵੀ ਪਤਾ ਨਹੀਂ। ਵਚਨ ਨੰਬਰ 469। ਅੱਜ ਡੇਰਾ ਜਗਮਾਲ ਵਿੱਚ ਸਰਪੰਚ ਸਾਹਿਬ ਜੀ ਨੇ ਰਾਤ ਨੂੰ ਹੀ ਜਾਣ ਦੀ ਇਜਾਜ਼ਤ ਮੰਗੀ ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਇੱਥੇ ਠਹਿਰੋਗੇ ਬਈ? ਤਾਂ ਸਰਪੰਚ ਸਾਹਿਬ ਜੀ ਨੇ ਕਿਹਾ ਨਹੀਂ ਜੀ ਜਾਵਾਂਗੇ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਚਾਹ ਪਾਣੀ? ਤਾਂ ਸਰਪੰਚ ਜੀ ਨੇ ਕਿਹਾ ਨਹੀਂ ਜੀ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਇਹ ਹੈ ਲਗਨ, ਸ਼ਾਮ ਨੂੰ ਗਏ ਸੀ ਹੁਣ ਫੇਰ ਆਏ ਨੇ। ਇਹ ਲਗਨ ਹੀ ਵੱਡਾ ਭਜਨ ਹੈ। ਮਨ ਮਿੱਤਰ ਸਿਓ ਲਾਈਨ ਜਿਓ, ਤਿੰਨ ਸਿਓ ਪ੍ਰੀਤ ਨਾ ਕਭੂ ਟੁੱਟ ਹੀ ਹੋਏ ਭੰਗ ਜਿਓ। ਅਤੇ ਫਿਰ ਫਰਮਾਇਆ ਇਹ ਭਜਨ ਹੀ ਹੈ ਲਗਨ ਪੈਦਾ ਕਰਨ ਲਈ। ਇਹ ਲਗਨ ਲੱਗੀ ਤਾਂ ਪਿੱਛੇ ਕੁਝ ਨਹੀਂ, ਪ੍ਰੇਮ 'ਚ ਬੜੀ ਤਾਕਤ ਹੈ। ਇਸ ਤੋਂ ਬਾਅਦ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ ਰਾਵਤਸਰ ਤੋਂ ਪ੍ਰੇਮ ਦੀ ਔਰਤ ਦੀ ਚਿੱਠੀ ਆਈ ਹੈ, ਬੜੀ ਪ੍ਰੇਮ ਦੀ ਚਿੱਠੀ ਹੈ, ਜਿਹਨੂੰ ਮਾਲਕ ਦੇਵੇ। ਬੜੇ ਪੁਰਾਣੇ ਰੂਹ ਨੇ। ਤੇ ਫਿਰ ਜੱਜ ਸਾਹਿਬ ਜੀ ਵੱਲ ਤੇ ਸੰਗਤ ਵੱਲ ਇਸ਼ਾਰਾ ਕਰਕੇ ਪੂਜਯ ਮਨੀਸ਼ ਸਾਹਿਬ ਜੀ ਕਹਿਣ ਲੱਗੇ ਜਿੰਨੇ ਇੱਥੇ ਬੈਠੇ ਨੇ ਸਾਰੇ ਹੀ ਪੁਰਾਣੇ ਰੂਹ ਨੇ। ਅਤੇ ਫਿਰ ਫਰਮਾਇਆ ਸਰਸੇ ਤੋਂ ਪ੍ਰੇਮੀ ਆਉਂਦੇ ਨੇ, ਹੁਣ ਤਾਂ ਬੰਦ ਨੇ, ਦਫਾ 144 ਲੱਗੀ ਹੋਈ ਹੈ, ਸਾਰੀ ਸਾਰੀ ਰਾਤ ਜਾਗਦੇ ਨੇ। ਮਾਰਵਾੜ 'ਚ ਜਾਈਦਾ ਹੈ, ਐਸੇ ਐਸੇ ਰੂਹ ਪਏ ਨੇ ਕਿ ਜਿਹੜਾ ਥੋੜ੍ਹਾ ਭਜਨ ਕਰਦਾ ਹੈ ਫਿਰ ਸਤਿਗੁਰ ਉਹਨਾਂ ਨੂੰ ਗਰੀਬੀ ਦੇ ਕੇ, ਦੁੱਖ ਦੇ ਕੇ ਭਜਨ ਕਰਵਾ ਕੇ ਲੈ ਜਾਂਦਾ ਹੈ। ਇਹ ਮਸਤਾਨਾ ਜੀ ਦਾ 53 ਤੇ 54 ਸੰਨ ਦਾ ਵਚਨ ਹੈ। ਤਾਂ ਜੰਡਾਂਵਾਲਾ ਤੋਂ ਮਿਸਤਰੀ ਕੌਰ ਸਿੰਘ ਕਹਿਣ ਲੱਗਾ ਬਾਬਾ ਜੀ ਇਹ ਗੱਲ ਤਾਂ ਹਾਥੀ ਪ੍ਰੇਮੀ ਵੀ ਕਹਿੰਦਾ ਹੁੰਦਾ ਸੀ। ਤਾਂ ਪੂਜਯ ਮਨੀਸ਼ ਸਾਹਿਬ ਜੀ ਨੇ ਬੜੇ ਅਫਸੋਸ ਨਾਲ ਕਿਹਾ ਫਿਰ ਕਿਹੜਾ ਮੰਨਿਆ? ਫਿਰ ਆਪ ਜੀ ਨੇ
ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਦੀ ਮੁਰਦਾਨੇ ਦੀਆਂ ਅੱਕ ਦੀਆਂ ਕੁਕੜੀਆਂ ਖਾਣ ਵਾਲੀ ਸਾਖੀ ਸੁਣਾਈ। ਤੇ ਫਿਰ ਫਰਮਾਇਆ, ਫਕੀਰਾਂ ਦਾ ਹੁਕਮ ਕਿਸੇ ਨੇ ਨਹੀਂ ਮੰਨਿਆ, ਸਭ ਫਕੀਰਾਂ ਨੂੰ ਧੱਕੇ ਹੀ ਪਏ ਨੇ। ਤੇ ਫਿਰ ਫਰਮਾਇਆ, ਗੁਰੂ ਅੰਗਦ ਸਾਹਿਬ ਜੀ ਨੂੰ ਧੱਕੇ ਹੀ ਪਏ ਅਖੀਰ ਵਿੱਚ। ਤੇ ਫਿਰ ਕਾਫੀ ਨਿਰਾਸ਼ ਹੋ ਕੇ ਫਰਮਾਇਆ, ਚਲੋ ਬਈ, ਜੋ ਮੌਜ ਸਤਿਗੁਰ ਦੀ। ਵਚਨ ਨੰਬਰ 470। ਅੱਜ ਡੇਰਾ ਜਗਮਾਲ ਵਿੱਚ ਰਾਤ ਦੀ ਮਜਲੇ ਵਿੱਚ ਮਾਈ ਮੋਰੇ ਮੰਦਰ ਮੇ ਜੋਤ ਚਲੇ ਸ਼ਬਦ ਬੋਲਿਆ ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਮੰਦਰਾਂ 'ਚ ਜਾਓ, ਉਹਨਾਂ 'ਚ ਘੰਟੇ ਸ਼ੰਖ ਵਜਾਏ ਜਾਂਦੇ ਨੇ। ਮੰਦਰਾਂ ਦੀ ਬਾਹਰਲੀ ਸ਼ਕਲ ਲੰਬੂਤਰੀ ਉਹ ਜਿਵੇਂ ਸ਼ਿਵ ਦੁਆਲੇ ਦੀ ਹੈ, ਗੁਰਦੁਆਰਿਆਂ ਦੀ ਗੁੰਬਦ ਦੀ ਤਰ੍ਹਾਂ ਹੈ। ਇਹ ਸਾਰੀ ਅੰਦਰ ਦੀ ਨਕਲ। ਸਿਰ ਵੱਲ ਇਸ਼ਾਰਾ ਕਰਦੇ ਹੋਏ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਇਹ ਹੈ ਗੁੰਬਦ। ਨੱਕ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, ਇਹ ਹੈ ਲੰਬੂਤਰੀ ਸ਼ਕਲ, ਜਿਸ ਦੇ ਬਾਰੇ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਹੈ, ਅਗਰ ਨਾਸਕਾ ਦੇ ਭਾਵ ਆਓ। ਇੱਥੇ ਦੋਨਾਂ ਅੱਖਾਂ ਦੇ ਵਿਚਾਲੇ ਆਏ। ਇੱਥੇ ਕੁਦਰਤੀ ਤੌਰ 'ਤੇ ਘੰਟੇ ਸੰਖ ਵੱਜ ਰਹੇ ਨੇ, ਆਰਤੀਆਂ ਹੋ ਰਹੀਆਂ ਨੇ। ਇਹ ਬਾਹਰਲੇ ਸਾਰੇ ਨਮੂਨੇ ਦਿਖਾਏ ਸੀ, ਜਿਵੇਂ ਬੱਚਿਆਂ ਨੂੰ ਨਮੂਨੇ ਦਿਖਾ ਦਿਖਾ ਕੇ ਪੜ੍ਹਾਉਂਦੇ ਹਾਂ। ਫਿਰ ਫਰਮਾਇਆ, ਸਕੂਲ ਤਾਂ ਆਲਾ ਤੋਂ ਆਲਾ ਬਣ ਗਏ ਨੇ, ਪਰ ਮਾਸਟਰ ਨਹੀਂ ਰਹੇ। ਇਹ ਬਾਹਰ ਤਾਂ ਕਦੀ ਤੇਲ ਮੁੱਕ ਗਿਆ, ਕਦੀ ਬੱਤੀ ਖਤਮ ਹੋ ਗਈ, ਉਹ ਜੋਤ ਕਦੇ ਵੀ ਖਤਮ ਨਹੀਂ ਹੁੰਦੀ, ਉਹ ਸਦਾ ਜਲ ਰਹੀ ਹੈ। ਇਹੀ ਪਲਟੂ ਸਾਹਿਬ ਕਹਿੰਦੇ ਨੇ, ਉਲਟਾ ਕੁਆਂ ਗगन में तिसमें जरे चिराग, तिसमें जरे चिराग बिन रोगन बिन बाती, 6 रुत 12 मास जलत रहत दिन राती। ਇਹ ਕੂਆਂ ਜਦ ਦੇਖਦਾ ਹੈ, ਜਦੋਂ ਇਸ ਸਰੀਰ 'ਚੋਂ ਨਿਕਲੇ ਤੇ ਖਿਆਲ ਨੂੰ ਅੱਖਾਂ ਦੇ ਪਿੱਛੇ ਖੜਾ ਕਰੇ। ਇਹ ਕੰਮ ਕਰਨਾ ਸੀ, ਐਵੇਂ ਦੁਨੀਆ ਲੜ ਲੜ ਕੇ ਮਰ ਗਈ। ਉਸ ਜੋਤ ਨੂੰ ਪ੍ਰਗਟ ਕਰੇ, ਫਿਰ ਇਹ ਖਾਲਸਾ ਬਣਦਾ ਹੈ। ਪੂਰਨ ਜੋਤ ਜਗੇ ਘਟ ਮੇ, ਤਬ ਖਾਲਸਾ ਤਾਹੇ ਨਖਾਲਸ ਜਾਣੇ। ਹੁਣ ਅੱਖਾਂ ਬੰਦ ਕਰੋ ਤਾਂ ਅੰਦਰ ਹਨੇਰਾ ਹੀ ਹਨੇਰਾ ਦਿਸਦਾ ਹੈ, ਤੇ ਜਦ ਉਹ ਜੋਤ ਪ੍ਰਗਟ ਕਰ ਲਏ ਤਾਂ ਇਸ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਹੈ। ਆਦ ਅੰਤ ਮਦੇ ਦਾ ਸਾਰਾ, ਨਾਏ ਸੁਣੇ ਘਟ ਚਾਨਣਾ। ਵਚਨ ਨੰਬਰ 471। ਪੂਜਯ ਮਨੇਰ ਸਾਹਿਬ ਜੀ ਨੇ ਇਹ ਵਚਨ ਫਰਮਾਇਆ, ਬੜਾ ਔਖਾ ਕੰਮ ਹੈ। ਕਿਸੇ ਐਸੇ ਆਦਮੀ ਕੋਲ ਬੈਠ ਗਿਆ ਤਾਂ ਕੋਈ ਐਸੀ ਖੁਰਾਕ ਖਾ ਲਈ ਤਾਂ ਭਜਨ ਬਣਨਾ ਹਟ ਜਾਂਦਾ ਹੈ। ਵਚਨ ਨੰਬਰ 472। ਅੱਜ ਡੇਰਾ ਜਗਮਾਲ ਵਿੱਚ ਰਾਤ ਦੀ ਮਜਲਿਸ 'ਚ ਪੂਜਯ ਮਨੇਰ ਸਾਹਿਬ ਜੀ ਠੀਕ 9:38 'ਤੇ ਵਰਾਂਡੇ ਵਿੱਚ ਆਏ। ਪਿੰਡ ਅਸੀਰ ਵੱਲੋਂ ਆ ਰਹੀ ਹਵਾ ਕਾਰਨ ਅਸੀਰ 'ਚ ਲੱਗੇ ਸਪੀਕਰ ਦੀ ਆਵਾਜ਼ ਡੇਰੇ 'ਚ ਕਾਫੀ ਤੇਜ਼ ਆ ਰਹੀ ਸੀ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਪੁੱਛਿਆ, ਇਹ ਕੀ ਹੈ? ਤੇ ਜੰਟਾ ਕਵਿਰਾਜ ਨੇ ਕਿਹਾ, ਜੀ ਇਹ ਤਾਂ ਸੀਰ 'ਚ ਸਪੀਕਰ ਲੱਗਿਆ ਹੋਇਆ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਦੁਨੀਆ 'ਚ ਗੰਦ ਪਾ ਰੱਖਿਆ ਹੈ। ਤੇ ਫਿਰ ਫਰਮਾਇਆ, ਜਦੋਂ ਅਸੀਂ ਅਮਰਪੁਰ ਡੇਰੇ ਸੀ, ਉੱਥੇ ਬਾਵਰੀਆਂ ਦੇ ਸਪੀਕਰ ਲੱਗਿਆ ਹੋਇਆ ਸੀ। ਤਾਂ ਅਸੀਂ ਉਹਨਾਂ ਨੂੰ ਪੁੱਛਿਆ, ਤੁਸੀਂ ਘਰਾਂ 'ਚ ਕਿਵੇਂ ਸੁਣਦੇ ਹੋ? ਵਿੱਚੇ ਕੁੜੀਆਂ ਬੁੜੀਆਂ ਆਦਮੀ ਕਹਿੰਦੇ, ਜੀ ਹੁਣ ਕੀ ਕਰੀਏ? ਫਿਰ ਆਪ ਜੀ ਨੇ ਫਰਮਾਇਆ, ਜਦੋਂ ਇਹ ਡੇਰਾ ਬਣਨ ਤੋਂ ਪਹਿਲਾਂ ਅਸੀਂ ਚੋਰਮਾਰ ਡੇਰੇ ਸੀ ਅਤੇ ਅਸੀਂ ਕਿਹਾ ਕਿ 4 ਕੁ ਦਿਨ ਮੌਨ ਰੱਖਾਂਗੇ। ਤਾਂ ਇੱਕ ਬਰਾਤ ਆ ਗਈ, ਇੱਕ ਉਹ ਸਪੀਕਰ ਲੈ ਆਏ, ਇੱਕ ਜਵਾਈ ਲੈ ਆਇਆ, ਇੱਕ ਦੂਸਰਾ ਆਦਮੀ ਕਹਿੰਦਾ ਕਿ ਮੈਂ ਕਾਟਾਂ, ਇੱਕ ਉਹ ਲੈ ਆਇਆ। ਤਿੰਨੇ ਸਪੀਕਰ ਲਾ ਦਿੱਤੇ ਗਏ ਅਤੇ ਤਿੰਨਾਂ ਸਪੀਕਰਾਂ ਨੇ ਜੋ ਰੌਲਾ ਪਾਇਆ ਉਹ ਤੁਸੀਂ ਸੋਚ ਹੀ ਸਕਦੇ ਹੋ। ਵਚਨ ਨੰਬਰ 472। ਡੇਰਾ ਜਗਮਾਲ ਵਿੱਚ ਸਰਸੇ ਤੋਂ ਆਏ ਪ੍ਰੇਮੀ ਬਲਦੇਵ ਰਾਜ ਨਾਲ ਗੱਲ ਕਰਦੇ ਹੋਏ ਪੂਜਯ ਮਨੇਰ ਸਾਹਿਬ ਜੀ ਨੇ ਉਹਨਾਂ ਨੂੰ ਪੁੱਛਿਆ, ਕਦੋਂ ਆਏ ਸੀ? ਤਾਂ ਬਲਦੇਵ ਰਾਜ ਜੀ ਨੇ ਕਿਹਾ, ਜੀ ਸ਼ਾਮ ਨੂੰ ਹੀ ਆਏ ਸੀ। ਅਤੇ ਫਿਰ ਬਲਦੇਵ ਰਾਜ ਜੀ ਨੂੰ ਪੁੱਛਿਆ, ਇਕੱਲੇ ਹੀ ਆਏ ਹੋ? ਤਾਂ ਬਲਦੇਵ ਰਾਜ ਜੀ ਨੇ ਕਿਹਾ, ਹਾਂਜੀ। ਅਤੇ ਫਿਰ ਪੂਜਯ ਮਨੇਰ ਸਾਹਿਬ ਜੀ ਨੇ ਉਹਨਾਂ ਨੂੰ ਪੁੱਛਿਆ, ਤੁਹਾਡੇ ਸਰਸੇ ਦਾ ਕੀ ਹਾਲ ਹੈ? ਤਾਂ ਬਲਦੇਵ ਰਾਜ ਜੀ ਨੇ ਕਿਹਾ, ਜੀ ਤੁਹਾਡੀ ਦਇਆ ਮਿਹਰ ਹੈ, ਸਭ ਠੀਕ ਹੈ। ਤਾਂ ਪੂਜਯ ਮਨੇਰ ਸਾਹਿਬ ਜੀ ਨੇ ਫਰਮਾਇਆ, ਠੀਕ ਹੈ, ਦੁਨੀਆ 'ਚ ਕਿਸੇ ਨੂੰ ਸ਼ਾਂਤੀ ਨਹੀਂ। ਜਿਹੜੇ ਇਹ ਕੰਮ ਕਰਵਾਉਂਦੇ ਨੇ ਉਹ ਕਿਹੜਾ ਚੈਨ 'ਚ ਨੇ। ਵਚਨ ਨੰਬਰ 474। ਅੱਜ ਡੇਰਾ ਜਗਮਾਲ ਤੋਂ ਸੱਜਣ ਸਿੰਘ ਨੇ ਦੱਸਿਆ ਕਿ ਜੰਟਾ ਕਹਿ ਰਿਹਾ ਸੀ ਕਿ ਸਰਸੇ ਫੌਜੀ ਚਾਂਦਮਾਰੀ ਕਰਦੇ ਨੇ
ਤੇ ਤੁਸੀਂ ਇੱਥੇ ਰੋਟੀ ਵੀ ਬੰਦ ਕਰ ਦਿੱਤੀ ਹੈ। ਤਾਂ ਸੱਜਣ ਸਿੰਘ ਦੀ ਗੱਲ ਸੁਣ ਕੇ ਪੂਜਯ ਮਨੀਸ਼ ਸਾਹਿਬ ਜੀ ਹੱਸਣ ਲੱਗੇ ਤੇ ਫਿਰ ਫਰਮਾਇਆ, ਤਾਂ ਹੀ ਤਾਂ ਕਿਹਾ ਹੈ ਕਿ ਭਗਤਾਂ ਅਤੇ ਸੰਸਾਰੀਆਂ ਦਾ ਕਦੇ ਜੋੜ ਨਾ ਆਇਆ। ਅਤੇ ਫਿਰ ਫਰਮਾਇਆ, ਉਹਨਾਂ ਹੋਰ ਕੀ ਕੰਮ ਕਰਨਾ ਹੈ, ਇਹੀ ਕਰਨਾ ਹੈ। ਇੱਥੇ ਹਥਿਆਰ ਕੀ ਨੇ? ਗਰੀਬੀ ਗਦਾ ਹਮਾਰੀ, ਖੰਡਾ ਰਹਿਣ ਸਗਲ ਸਾਰੀ। ਫਕੀਰਾਂ ਨੇ ਇਹ ਹਥਿਆਰ ਨੇ। ਰਾਤ ਨੂੰ ਜਾਗੋ, ਸਾਰੇ ਬੰਦੂਕਾਂ ਤਿਆਰ ਰੱਖੋ। ਖਾਰੀ ਵਾਲੇ ਵਿਨੋਦ ਜੀ ਵੱਲ ਇਸ਼ਾਰਾ ਕਰਦੇ ਹੋਏ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਇਹ ਵੱਡੀ ਤਲਵਾਰ ਹੈ, ਰਾਤ ਨੂੰ ਜਾਗਣਾ। ਤੇ ਵਿਨੋਦ ਨੇ ਕਿਹਾ, ਹਾਂਜੀ। ਫਿਰ ਪੂਜਯ ਮਨੀਸ਼ ਸਾਹਿਬ ਜੀ ਨੇ ਭਗਤਾਂ ਦੀ ਚਾਲ ਨਿਰਾਲੀ ਮਜ਼ਮੂਨ ਪੜ੍ਹਾਇਆ ਤੇ ਫਰਮਾਇਆ, ਦੁਨੀਆ 'ਚ ਕ੍ਰੋਧ ਅਤੇ ਹਥਿਆਰ ਨੇ, ਪਰ ਮਾਲਕ ਦੀ ਦਰਗਾਹ 'ਚ ਜਾਣ ਲਈ ਸਭ ਦੀ ਚਰਨਾਂ ਦੀ ਧੂੜ ਬਣਨਾ ਪੈਂਦਾ ਹੈ। ਸਟੇਜ ਦੇ ਕੋਲ ਹੀ ਪਿੱਪਲੀ ਤੋਂ ਫੌਜੀ ਨਾਜਰ ਸਿੰਘ ਜੀ ਖੜ੍ਹੇ ਸੀ ਤਾਂ ਉਸ ਵੱਲ ਇਸ਼ਾਰਾ ਕਰਦੇ ਹੋਏ ਪੂਜਯ ਮਨੀਸ਼ ਸਾਹਿਬ ਜੀ ਨੇ ਫਰਮਾਇਆ, ਜੀ ਸਾਹਿਬ, ਇਹ ਫੌਜ ਨਿਰਾਲੀ ਹੈ। ਤਾਂ ਫੌਜੀ ਸਾਹਿਬ ਜੀ ਕਹਿਣ ਲੱਗੇ, ਬਾਬਾ ਜੀ ਤੁਸੀਂ ਹੀ ਜਾਣੋ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਲਈ ਸਿਰਫ ਇੰਨਾ ਹੀ। ਕੱਲ੍ਹ ਫੇਰ ਆਪਣੇ ਪਿਆਰੇ ਮੁਰਸ਼ਦ ਪੂਜਯ ਮਨੀਸ਼ ਸਾਹਿਬ ਜੀ ਦੇ ਅਨਮੋਲ ਵਚਨਾਂ ਦਾ ਖਜ਼ਾਨਾ ਲੈ ਕੇ ਆਪ ਜੀ ਨਾਲ ਰੂਬਰੂ ਹੋਵਾਂਗਾ। ਤਦ ਤੱਕ ਦੇ ਲਈ ਇਸ ਨਾਚੀਜ਼ ਨੂੰ ਇਜਾਜ਼ਤ ਦਿਓ ਤੇ ਨਾਲ ਹੀ ਮੇਰੀ ਦੋਨੋਂ ਹੱਥ ਜੋੜ ਕੇ ਪਿਆਰ ਭਰੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਹਾਜ਼ਰ ਨਾਜ਼ਰ ਜਿੰਦਾ ਰਾਮ ਤੇਰਾ ਹੀ ਆਸਰਾ ਕਬੂਲ ਫਰਮਾਓ।